ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਪੀ ਦੇ ਦੀਵਾਨਾ ਸਮੇਂ ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਹਾਪੁੜ ਠਹਿਰੇ ਹੋਏ ਸਨ। ਇਹ 1967 ਦੀ ਗੱਲ ਹੈ, ਜਦੋਂ ਸਵੇਰੇ ਕੁਰਸੀ ਦੇ ਸਮੇਂ ਇੱਕ ਨੌਜਵਾਨ 26 ਸਾਲ ਦੀ ਆਯੂ ਦਾ ਸਾਹਮਣੇ ਬੈਠਾ ਸੀ। ਇਸ ਦੇ ਕੇਸ ਦਾੜੀ ਕੱਟੇ ਹੋਏ ਸਨ, ਇਸ ਦੇ ਕੱਪੜੇ ਵੀ ਫਾਟੇ ਪੁਰਾਣੇ ਮੈਲੇ ਸਨ। ਇਸ ਵਿੱਚ ਪਾਉਣ ਆਈ ਇਹ ਸਿਰ ਹਿਲਾ ਕੇ ਖੇਲਣ ਲੱਗ ਪਿਆ ਅਤੇ ਉਰਦੂ ਬੋਲਣ ਲੱਗ ਪਿਆ। ਆਪ ਜੀ ਨੇ ਕਿਹਾ, ਕਿਉਂ ਬਈ, ਤੂੰ ਕੌਣ ਹੈ ਤੇ ਕੀ ਗੱਲ ਹੈ? ਉਸਨੇ ਅਰਜ਼ ਕੀਤੀ, ਮੇਰੀ ਬੇਨਤੀ ਅਲੱਗ ਹੋ ਕੇ ਸੁਣੋ। ਆਪ ਜੀ ਨੇ ਹੁਕਮ ਕੀਤਾ, ਅੱਜ ਤਾਂ ਸਮਾਂ ਹੋ ਗਿਆ ਹੈ, ਹੁਣ ਕੱਲ੍ਹ ਸੁਣਾਂਗੇ। ਦੂਸਰੇ ਦਿਨ ਕਈ ਖਾਸ ਸੇਵਾਦਾਰਾਂ ਦੇ ਸਾਹਮਣੇ ਇਸ ਨੂੰ ਭੋਰੇ ਵਿੱਚ ਬੁਲਾ ਲਿਆ ਅਤੇ ਆਖਿਆ, ਦੱਸ ਬਈ ਕੀ ਗੱਲ ਹੈ। ਤਾਂ ਉਸ ਰੂਹ ਨੇ ਫੇਰ ਉਸ ਵਿੱਚ ਪ੍ਰਵੇਸ਼ ਕੀਤਾ। ਸਿਰ ਹਿਲਾਉਂਦਿਆਂ ਉਰਦੂ ਵਿੱਚ ਬੋਲਿਆ, ਮਹਾਰਾਜ ਜੀ, ਮੈਂ ਮੁਸਲਮਾਨ ਨਾਮ ਦਾ ਸ਼ਾਹੀ ਕਾਜ਼ੀ ਸਾਂ। ਹੁਣ ਮੈਂ 1000 ਸਾਲ ਦਾ ਪ੍ਰੇਤ ਜੋਨੀ ਵਿੱਚ ਦੁੱਖ ਭੋਗ ਰਿਹਾ ਹਾਂ। 1000 ਸਾਲ ਪਹਿਲਾਂ ਈਰਾਨ ਤੋਂ ਮਹਿਮੂਦ ਗਜਨਵੀ ਦੇ ਪਹਿਲੇ ਹੱਲੇ ਸਮੇਂ ਮੈਂ ਉਸ ਨਾਲ ਹਿੰਦੁਸਤਾਨ ਵਿੱਚ ਆਇਆ ਸੀ। ਉਹ ਦੇਸ਼ ਨੂੰ ਲੁੱਟ ਕੇ ਚਲਾ ਗਿਆ। ਮੈਂ ਸਹਾਰਨਪੁਰ ਦੇ ਪਾਸ ਮੁਗਲ ਖੇੜਾ ਪਿੰਡ ਵਿੱਚ ਠਹਿਰ ਗਿਆ। ਮੈਂ ਭੂਤ ਵਿਦਿਆ ਦਾ ਜਾਣੂ ਸਾਂ। ਪੈਸੇ ਦੇ ਲਾਲਚ ਕਰਕੇ ਭੂਤ ਵੜ ਕੇ ਕੱਢ ਦਿੰਦਾ ਸੀ। ਤਵੱਸਵ ਵਿੱਚ ਬੇਅੰਤ ਹਿੰਦੂ ਕਤਲ ਕਰਵਾਏ। ਵਿਖਾਵੇ ਕਰਕੇ ਨਮਾਜ਼ਾਂ ਵੀ ਪੜ੍ਹਦਾ ਅਤੇ ਰੋਜ਼ੇ ਵੀ ਰੱਖਦਾ ਸੀ, ਪਰ ਮੈਂ ਨਿਗੋਰਾ ਸੀ। 70 ਸਾਲ ਦੀ ਉਮਰ ਵਿੱਚ ਮੇਰੀ ਮੌਤ ਹੋ ਗਈ। ਜਮਦੂਤਾਂ ਨੇ ਮਾਰਦਿਆਂ ਕੁੱਟਦਿਆਂ ਬਹੁਤ ਬੁਰੀ ਹਾਲਤ ਵਿੱਚ ਮੈਨੂੰ ਧਰਮਰਾਜ ਕੋਲ ਹਾਜ਼ਰ ਕੀਤਾ। ਉਸਨੇ ਮੇਰੇ ਗੁਨਾਹਾਂ ਵੱਲ ਤੱਕਿਆ ਅਤੇ ਨਿਗੋਰਾ ਹੋਣ ਕਰਕੇ ਮੈਨੂੰ 1000 ਸਾਲ ਪ੍ਰੇਤ ਜੁਨੀ ਵਿੱਚ ਰਹਿਣ ਦੀ ਸਜ਼ਾ ਦੇ ਦਿੱਤੀ। ਮੈਂ ਤਾਹਾਂ ਮਾਰ ਕੇ ਅਰਜ਼ ਕੀਤੀ ਕਿ ਮੇਰਾ ਭਲਾ ਕਿਵੇਂ ਹੋਵੇਗਾ। ਉਸਨੇ ਕਿਹਾ, ਸਜ਼ਾ ਦਾ ਸਮਾਂ ਖਤਮ ਹੋ ਜਾਣ ਬਾਅਦ ਕਿਸੇ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਦੁਆਰਾ ਤੈਨੂੰ ਪ੍ਰੇਤ ਜੁਨੀ ਤੋਂ ਛੁਟਕਾਰਾ ਮਿਲੇਗਾ। ਮੈਂ ਹਮੇਸ਼ਾ ਬੜਾ ਸੜਦਾ ਬਲਦਾ ਤੇ ਤੜਫਦਾ ਦੁਖੀ ਹੁੰਦਾ ਬਦ ਰੂਹ ਵਿੱਚ ਭਟਕ ਰਿਹਾ ਹਾਂ। ਹੱਡੀਆਂ, ਕੋਇਲੇ ਤੇ ਗੰਦਗੀ ਖਾਣ ਨੂੰ ਮਿਲਦੀ ਹੈ। ਸਵਾ ਮਣ ਦੀ ਭੁੱਖ ਅਤੇ ਸੂਈ ਦੇ ਨੱਕੇ ਜਿਤਨਾ ਮੁੱਖ ਹੈ। ਮੈਂ ਹਮੇਸ਼ਾ ਭਟਕਦਾ ਫਿਰਦਾ ਹਾਂ। ਆਪ ਮੇਰੇ ਤੇ ਤਰਸ ਕਰੋ। ਉਹ ਸਮਾਂ ਵੀ ਆ ਗਿਆ ਹੈ ਅਤੇ ਪੂਰਨ ਪੁਰਸ਼ ਵੀ ਮਿਲ ਗਏ ਹਨ। ਇਸ ਲੜਕੇ ਜਿਸ ਵਿੱਚ ਮੈਂ ਪ੍ਰਵੇਸ਼ ਹਾਂ, ਜ਼ਮੀਨ ਅਲਾਟ ਹੋਣ ਕਾਰਨ ਪਿੰਡ ਮੁਗਲ ਖੇੜਾ ਰਹਿੰਦੇ ਸਨ। ਅੱਜ ਤੋਂ 7 ਸਾਲ ਪਹਿਲਾਂ ਇਹ ਲੜਕਾ ਮੋਹਨ ਸਿੰਘ ਜਦੋਂ 9ਵੀਂ ਕਲਾਸ ਵਿੱਚ ਪੜ੍ਹਦਾ ਸੀ, ਇਸ ਨੇ ਮੇਰੀ ਕਬਰ ਤੇ ਪਿਸ਼ਾਬ ਕਰ ਦਿੱਤਾ। ਮੈਂ ਇਸ ਨੂੰ ਇਕੱਠਾ ਕਰ ਲਿਆ। 4 ਸਾਲ ਬੋਲਣ ਹੀ ਨਹੀਂ ਦਿੱਤਾ। ਕਈ ਥਾਵਾਂ ਤੇ ਲੈ ਕੇ ਗਏ ਪਰ ਕਾਮਯਾਬ ਨਾ ਹੋਏ। ਫਿਰ ਜਦੋਂ ਡੇਰਾ ਵਡਭਾਗ ਸਿੰਘ ਇਸ ਨੂੰ ਲੈ ਕੇ ਗਏ, ਧੌਲੀ ਧਾਰ ਹੇਠਾਂ ਸਿਰ ਕੀਤਾ, ਤਾਂ ਮੈਂ ਬੋਲਿਆ ਕਿ ਮੇਰਾ ਨਾਮ ਸੂਲੇਮਾਨ ਸੀ ਤੇ ਸ਼ਾਹੀ ਕਾਜ਼ੀ ਸਾਂ। ਹੁਣ ਪ੍ਰੇਤ ਬਣ ਕੇ ਇਸ ਮੋਹਨ ਸਿੰਘ ਅੰਦਰ ਪ੍ਰਵੇਸ਼ ਹੋਇਆ ਹਾਂ, ਪਰ ਮੇਰਾ ਹਿੰਦੁਸਤਾਨ ਭਰ ਵਿੱਚ ਚੈਲੰਜ ਹੈ ਕਿ ਇਸ ਦੇ ਅੰਦਰੋਂ ਕੋਈ ਵੀ ਮੈਨੂੰ ਕੱਢ ਨਹੀਂ ਸਕਦਾ। ਇਸ ਦਾ ਪਿਤਾ ਕਈ ਮਾਂਦਰੀਆਂ ਕੋਲ ਲੈ ਕੇ ਗਿਆ। ਜੋ ਉਹ ਮੰਤਰ ਪੜ੍ਹਦੇ, ਮੈਂ ਨਾਲ ਹੀ ਪੜ੍ਹ ਕੇ ਮੰਤਰ ਕੱਢ ਦਿੰਦਾ ਸੀ। ਕਈ ਮਹਾਂਪੁਰਸ਼ਾਂ ਪਾਸ ਵੀ ਮੈਨੂੰ ਲੈ ਕੇ ਗਏ। ਮੈਂ ਉਹਨਾਂ ਤੋਂ ਵੀ ਕਾਬੂ ਨਹੀਂ ਆਇਆ, ਕਿਉਂਕਿ ਮੈਂ ਨਜ਼ਾਤ ਮੁਕਤੀ ਚਾਹੁੰਦਾ ਸਾਂ। ਉਹ ਕਿਸੇ ਪਾਸ ਨਹੀਂ ਸੀ। ਸੋ ਗਰੀਬ ਨਿਵਾਜ, ਆਪ ਹੁਣ ਮੇਰੇ ਤੇ ਕਿਰਪਾ ਕਰੋ, ਪ੍ਰੇਤ ਜੂਨੀ ਤੋਂ ਛੁਡਾਓ। ਮੈਂ ਬੜਾ ਦੁਖੀ ਹਾਂ। ਹਜੂਰ ਨੇ ਬਚਨ ਕੀਤਾ, ਮੁਕਤੀ ਜੁਗਤੀ ਨਾਲ ਮਿਲਦੀ ਹੈ, ਧੱਕੇ ਨਾਲ ਨਹੀਂ। ਤੈਨੂੰ ਪ੍ਰੇਤ ਜੂਨ ਤੋਂ ਮੁਕਤ ਕਰਕੇ ਮਨੁੱਖ ਜਨਮ ਦੇ ਦਿੰਦੇ ਹਾਂ। ਫਿਰ ਭਜਨ ਸਿਮਰਨ ਦੁਆਰਾ ਮੁਕਤੀ ਪਾ ਲਵੀਂ। ਮਹਾਂਪੁਰਸ਼ ਪਰਮੇਸ਼ਰ ਦੀ ਮਰਿਆਦਾ ਨੂੰ ਵਿਗਾੜਦੇ ਨਹੀਂ, ਉਹ ਤਾਂ ਕਾਇਮ ਕਰਨ ਵਾਸਤੇ ਆਉਂਦੇ ਹਨ। ਇਹ ਮੋਹਨ ਸਿੰਘ ਸਿਰਫ ਪੰਜਾਬੀ ਜਾਂ ਥੋੜ੍ਹੀ ਜਿਹੀ ਅੰਗਰੇਜ਼ੀ ਵੀ ਜਾਣਦਾ ਸੀ, ਪਰ ਇਹ ਸੂਲੇਮਾਨ ਪ੍ਰੇਤ ਜੋ ਇਸ ਵਿੱਚ ਪ੍ਰਵੇਸ਼ ਸੀ, ਫਾਰਸੀ ਦੇ ਆਲਮ ਉਰਦੂ ਵਿੱਚ ਕੁਰਾਨ ਦੀਆਂ ਆਇਤਾਂ ਸਮੇਤ ਅਰਥਾਂ ਦੇ ਪੜ੍ਹਦਾ ਸੀ। ਉਸ ਸਮੇਂ ਦੀਆਂ ਕੈਸਟਾਂ ਵੀ ਰਿਕਾਰਡ ਕੀਤੀਆਂ ਹਨ।
ਇਸ ਦੀ ਬੇਨਤੀ ਸੁਣ ਕੇ ਦਾਤੇ ਨੇ ਬਚਨ ਕੀਤਾ, ਦੱਸ ਤੈਨੂੰ ਅਮੀਰ ਦੇ ਘਰ ਭੇਜੀਏ ਕਿ ਗਰੀਬ ਦੇ? ਇਸ ਨੇ ਕਿਹਾ, ਮਹਾਰਾਜ ਜੀ, ਤੁਹਾਡਾ ਸਤਸੰਗੀ ਹੋਵੇ, ਚਾਹੇ ਅਮੀਰ ਹੋਵੇ ਚਾਹੇ ਗਰੀਬ। ਉਸ ਸਮੇਂ ਲਲਤੋਂ ਪਿੰਡ ਦਾ ਸਰਦਾਰ ਗੁਰਦੇਵ ਸਿੰਘ, ਜਿਸ ਨੂੰ ਗਹਿਗੱਡ ਵੀ ਆਖਦੇ ਸਨ, ਪਾਸ ਬੈਠਾ ਸਾਰੀ ਵਾਰਤਾਲਾਪ ਸੁਣ ਰਿਹਾ ਸੀ, ਜਿਸ ਦੇ ਕਾਫੀ ਸਮਾਂ ਸ਼ਾਦੀ ਤੋਂ ਪਿੱਛੋਂ ਇੱਕ ਲੜਕੀ ਪੈਦਾ ਹੋ ਕੇ ਫਿਰ ਕੋਈ ਬੱਚਾ ਨਹੀਂ ਸੀ ਹੋਇਆ। ਬੜੇ ਇਲਾਜ ਕਰਾ ਚੁੱਕੇ ਸਨ ਅਤੇ ਦਾਤੇ ਪਾਸ ਵੀ ਕਈ ਵਾਰੀ ਬੇਨਤੀ ਕੀਤੀ, ਪਰ ਮਹਾਰਾਜ ਜੀ ਮੁਸਕਰਾ ਛੱਡਦੇ ਸਨ। ਅੱਜ ਕਹਿਣ ਲੱਗੇ, ਇਸ ਦੇ ਘਰ ਭੇਜ ਦਈਏ। ਉਸਨੇ ਕਿਹਾ, ਜੀ ਭੇਜ ਦਿਓ। ਫਿਰ ਗੁਰਦੇਵ ਸਿੰਘ ਨੂੰ ਪੁੱਛਿਆ, ਕਿਉਂ ਬਈ, ਤੇਰੇ ਘਰ ਭੇਜ ਦਈਏ? ਉਸਨੇ ਅਰਜ਼ ਕੀਤੀ, ਮਹਾਰਾਜ ਜੀ ਕਰ ਦਿਓ ਕਿਰਪਾ। ਮਹਾਂਪੁਰਸ਼ਾਂ ਨੇ ਆਪਣੇ ਪਾਵਨ ਹੱਥਾਂ ਨਾਲ ਸਿਓ ਦਾ ਪ੍ਰਸ਼ਾਦ ਦਿੱਤਾ ਅਤੇ ਕਿਹਾ, ਆਪਣੇ ਘਰ ਵਾਲੀ ਨੂੰ ਛਕਾ ਦੇ, ਗੁਰੂ ਭਲੀ ਕਰੇਗਾ। ਪਰ ਉਸ ਦੀ ਰੂਹ ਉਤਨੀ ਦੇਰ ਤੱਕ ਉਸ ਲੜਕੇ ਮੋਹਨ ਸਿੰਘ ਵਿੱਚ ਹੀ ਰਹੀ। ਜਦੋਂ ਮਹਾਂਪੁਰਸ਼ਾਂ ਨੇ ਕਹਿਣਾ, ਤੂੰ ਹੁਣ ਜਾ, ਆਪਣੇ ਸਰੀਰ ਵਿੱਚ ਪ੍ਰਵੇਸ਼ ਕਰ, ਤਾਂ ਇਸ ਨੇ ਕਹਿਣਾ, ਮਹਾਰਾਜ ਜੀ ਇਸ ਗਰਭ ਦਾ ਕਸ਼ਟ ਨਾ ਦਿਓ, ਸਿੱਧਾ ਹੀ ਭੇਜ ਦਿਓ। ਮਹਾਂਪੁਰਸ਼ਾਂ ਨੇ ਕਹਿਣਾ, ਮਰਿਆਦਾ ਵੀ ਕੋਈ ਚੀਜ਼ ਹੈ, ਤਾਂ ਇਸ ਨੇ ਕਹਿਣਾ, ਮਰਿਆਦਾ ਵੀ ਆਪ ਨੇ ਹੀ ਕਾਇਮ ਕੀਤੀ ਹੈ, ਅਜੇ ਆਪਣੇ ਚਰਨਾਂ ਵਿੱਚ ਹੀ ਰੱਖੋ। ਮੈਂ ਆਪ ਜੀ ਦੇ ਅਵਤਾਰ ਧਾਰਨ ਵਾਲੇ ਦਿਨ 5 ਅਗਸਤ ਨੂੰ ਹੀ ਜਨਮ ਲਵਾਂਗਾ। ਸੋ ਉਸ ਤਰ੍ਹਾਂ ਹੀ ਹੋਇਆ। 5 ਅਗਸਤ 1968 ਨੂੰ ਜਨਮ ਲੈਣ ਤੋਂ 1 ਘੰਟਾ ਪਹਿਲਾਂ ਮੋਹਨ ਸਿੰਘ ਦੇ ਸਰੀਰ ਵਿੱਚੋਂ ਨਿਕਲਣ ਲੱਗਿਆਂ ਉਸ ਨੂੰ ਬੇਸੁਰਤ ਕਰਕੇ ਬੁਰੀ ਹਾਲਤ ਵਿੱਚ ਸੁੱਟ ਦਿੱਤਾ। ਗੁਰਦੇਵ ਸਿੰਘ ਦੇ ਘਰੋਂ ਬੀਬੀ ਦੀ ਕੁੱਖੋਂ ਜਨਮ ਲਿਆ। ਪਤਾ ਨਹੀਂ ਅੰਤਰੀਵ ਅਜਿਹੀਆਂ ਬਦਰੂਹਾਂ ਦਾ ਕਿਤਨਿਆਂ ਦਾ ਉਧਾਰ ਕੀਤਾ ਹੋਵੇਗਾ, ਪਰ ਇਹ ਅਜੀਬ ਕੌਤਕ ਸਭ ਦੇ ਸਾਹਮਣੇ ਆ ਗਿਆ। ਸਾਰੇ ਅਖਬਾਰ ਨਵੀਸ਼ਾਂ ਨੇ ਇਹ ਅਜੀਬ ਖਬਰ ਛਾਪੀ ਸੀ। ਗੁਰਦੁਆਰਾ ਅਤਰਸਰ ਸਾਹਿਬ ਪੂਰਨਮਾਸ਼ੀ ਦੇ ਦੀਵਾਨ ਤੋਂ ਪਿੱਛੋਂ ਜੋ ਹੁਕਮਨਾਮਾ ਆਇਆ, ਇਸ ਇਲਾਹੀ ਹੁਕਮ ਦੇ ਪਹਿਲੇ ਅੱਖਰ ਤੋਂ ਮਹਾਂਪੁਰਸ਼ਾਂ ਨੇ ਇਸ ਦਾ ਨਾਮ ਰੱਖਿਆ, ਗੁਰ ਪਰਮੇਸ਼ਰ ਕਰਨਾ ਹਾਰ, ਸਗਲ ਸ੍ਰਿਸ਼ਟ ਕੋ ਦੇ ਆਧਾਰ। ਇਸ ਬੱਚੇ ਦਾ ਨਾਮ ਗੁਰਬਖਸ਼ੀਸ਼ ਸਿੰਘ ਰੱਖਿਆ। ਇਸ ਪ੍ਰੇਤ ਦੇ ਜਨਮ ਲੈਣ ਪਿੱਛੋਂ ਮੋਹਨ ਸਿੰਘ ਬਿਲਕੁਲ ਅਰੋਗ ਹੋ ਗਿਆ। 1000 ਸਾਲ ਪ੍ਰੇਤ ਜੁਨੀ ਵਿੱਚ ਭਟਕਦੀ ਰੂਹ ਨੂੰ ਮਾਨਸ ਦੇ ਬਖਸ਼ ਦਿੱਤੀ। 7 ਸਾਲ ਦੇ ਪ੍ਰੇਤ ਪੀੜਿਤ ਮੋਹਨ ਸਿੰਘ ਨੂੰ ਅਰੋਗਤਾ ਬਖਸ਼ੀ। ਪੁੱਤਰ ਦੀ ਲੋਚਾ ਵਾਲੇ ਗੁਰਦੇਵ ਸਿੰਘ ਨੂੰ ਪੁੱਤਰ ਦੀ ਦਾਤ ਬਖਸ਼ ਦਿੱਤੀ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।